नमस्कार साथियों, तुसी देख रहे हो सह स्टडी यूट्यूब चैनल ਤੇ मैं ਤੁਹਾਡਾ अपना गुरचरण ਸਿੰਘ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਰੀਟ ਜਮਾਤ ਦੇ ਅੰਦਰ ਜੋ ਰੀਟ ਪ੍ਰੀਖਿਆ ਦੇ ਅੰਦਰ ਇੰਪੋਰਟੈਂਟ ਟੌਪਿਕ ਵਾਈਜ਼ ਆਪਾਂ ਸਿਲੇਬਸ ਨੂੰ ਦੇਖ ਰਹੇ ਹਾਂ। ਉਸੇ ਲੜੀ ਦੇ ਅੰਦਰ ਸਾਹਿਤ ਰੂਪਾਂ ਦੇ ਅੰਦਰ ਇੱਕ ਟੌਪਿਕ ਦੇ ਰੱਖਿਆ ਆਪਾਂ ਨੂੰ ਕਵਿਤਾ। ਅੱਜ ਉਸ ਦੇ ਬਾਰੇ ਗੱਲ ਕਰਾਂਗੇ। ਪੂਰੇ ਇਸ ਕਵਿਤਾ ਦੇ ਬਾਰੇ ਦੇਖਾਂਗੇ ਕਿ ਉਹ ਕਿਹੜੀਆਂ ਇੰਪੋਰਟੈਂਟ ਗੱਲਾਂ ਨੇ ਜੋ ਰੀਟ ਦੇ ਅੰਦਰ ਪੁੱਛੇ ਜਾਣ ਦੀ ਸੰਭਾਵਨਾ ਹੈ, ਜਾਂ ਫਿਰ ਉਹ ਕਿਹੜੀ ਬੁੱਕ ਹੈ ਜਿਹੜੀ ਆਪਾਂ ਨੂੰ ਰੀਟ ਦੇ ਲਈ ਇਹ ਪੁਆਇੰਟ ਸਾਹਿਤ ਦੇ ਰੂਪ ਜਿਹੜਾ ਅਲਾਉ ਕੀਤਾ ਹੈ, ਉਹ ਕਿਹੜੀ ਬੁੱਕ ਦੇ ਅੰਦਰੋਂ ਹੈ। ਆਪਣੇ ਦੱਸੇ ਹੋਏ ਸਿਲੇਬਸ ਦੇ ਅਨੁਸਾਰ ਹੀ ਇਸ ਪੂਰੀ ਅੱਜ ਦੀ ਵੀਡੀਓ ਦੇ ਅੰਦਰ ਆਪਾਂ ਗੱਲ ਕਰਨੀ ਹੈ। ਸੋ ਇਹ ਰੀਟ ਮੇਨ ਐਗਜ਼ਾਮ ਦੀ ਤਿਆਰੀ ਕਰਨ ਵਾਲੇ ਸਭ ਬੱਚਿਆਂ ਦੇ ਲਈ ਇੰਪੋਰਟੈਂਟ ਕਲਾਸ ਰਹੇਗੀ। ਇਸ ਤੋਂ ਪਹਿਲੇ ਕਿ ਅੱਜ ਦੀ ਆਪਾਂ ਇਸ ਕਲਾਸ ਨੂੰ ਸ਼ੁਰੂ ਕਰੀਏ, ਜਿਹੜੇ ਮੇਰੇ ਸਾਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲੈਣਾ। ਆਪਣੇ ਫਰੈਂਡਸ ਨੂੰ ਵੀ ਇਸ ਚੈਨਲ ਤੇ ਇਨਵਾਈਟ ਕਰਨਾ ਤਾਂ ਕਿ ਉਹ ਵੀ ਆ ਕੇ ਇਸ ਪਰਿਵਾਰ ਦਾ ਹਿੱਸਾ ਬਣ ਸਕਣ ਤੇ ਆਪਣੀ ਤਿਆਰੀ ਉਲੀਕ ਸਕਣ। ਤਾਂ ਆਓ ਸਾਥੀਓ ਦੇਖਦੇ ਹਾਂ ਆਪਾਂ ਜੋ ਰੀਟ ਦੇ ਅੰਦਰ ਆਪਾਂ ਨੂੰ ਸਾਹਿਤ ਰੂਪ ਦੇ ਰੱਖੇ ਨੇ। ਤਾਂ ਉਹਨਾਂ ਦੇ ਅੰਦਰ ਇੱਕ ਆਪਾਂ ਨੂੰ ਸਾਹਿਤ ਰੂਪ ਦਿੱਤਾ ਹੋਇਆ ਕਵਿਤਾ। ਤਾਂ ਅੱਜ ਆਪਾਂ ਕਵਿਤਾ ਦੇ ਬਾਰੇ ਗੱਲ ਕਰਨੀ ਹੈ ਕਿ ਰੀਟ ਮੇਨ ਐਗਜ਼ਾਮ ਦੇ ਅੰਦਰ ਕਵਿਤਾ ਜੋ ਸਾਹਿਤ ਰੂਪ ਦਿੱਤਾ ਹੈ ਉਸ ਦੇ ਲਈ ਆਪਾਂ ਨੂੰ ਕਿਹੜੇ ਇੰਪੋਰਟੈਂਟ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਤਾਂ ਸਭ ਤੋਂ ਪਹਿਲੇ ਆਪਣੇ ਕੋਲ ਆ ਜਾਂਦਾ ਹੈ ਕਿ ਕਵਿਤਾ ਸਾਹਿਤ ਦਾ ਸਭ ਤੋਂ ਪਹਿਲਾ ਰੂਪ ਸਵੀਕਾਰ ਕੀਤਾ ਜਾਂਦਾ ਹੈ। ਤਾਂ ਇਹ ਪਹਿਲੀ ਹੀ ਲਾਈਨ ਦੇ ਅੰਦਰ ਪਹਿਲਾ ਹੀ ਪ੍ਰਸ਼ਨ ਆਪਾਂ ਨੂੰ ਮਿਲ ਜਾਂਦਾ ਹੈ ਕਿ ਸਾਹਿਤ ਦਾ ਸਭ ਤੋਂ ਪਹਿਲਾ ਰੂਪ ਕਿਹੜਾ ਹੈ, ਉਹ ਕਵਿਤਾ ਹੈ। ਕਵਿਤਾ ਨੂੰ ਸਾਹਿਤ ਦੇ ਪਹਿਲੇ ਰੂਪ ਹੋਣ ਦਾ ਮਾਣ ਹੈ, ਕਿਉਂਕਿ ਜਦੋਂ ਸਾਹਿਤ ਰਚਨਾ ਹੋਈ ਤਾਂ ਸਭ ਤੋਂ ਪਹਿਲਾਂ ਇਸ ਦਾ ਵਜੂਦ ਜੋ ਸਾਹਮਣੇ ਆਇਆ ਉਹ ਕਵਿਤਾ ਦੇ ਰੂਪ ਦੇ ਅੰਦਰ ਸੀ। ਜੇ ਪੰਜਾਬੀ ਸਾਹਿਤ ਨੂੰ ਪੜ੍ਹਦੇ ਹਾਂ ਤਾਂ ਉਹ ਨਾਥ ਜੋਗੀਆਂ ਦੀ ਕਵਿਤਾ ਤੋਂ ਆਰੰਭ ਹੁੰਦਾ ਹੈ। ਬਾਅਦ ਦੇ ਅੰਦਰ ਸੂਫੀ ਜਿਹੜੀ ਕਵਿਤਾ ਹੈ ਉਹ ਆਈ, ਫਿਰ ਗੁਰਮਤਿ ਕਾਵਿ ਕਵਿਤਾ ਦੇ ਰੂਪ ਦੇ ਅੰਦਰ ਆਇਆ। ਵਾਰਤਕ ਤਾਂ ਬਹੁਤ ਲੇਟ ਆਇਆ ਤੇ ਕਵਿਤਾ ਤੋਂ ਇਲਾਵਾ ਜਿਹੜੇ ਦੂਸਰੇ ਰੂਪ ਨੇ ਉਹ ਵੀ ਬਹੁਤ ਲੇਟ ਆਈ। ਸੋ ਸਭ ਤੋਂ ਪਹਿਲਾ ਰੂਪ ਜਿਹੜਾ ਸਵੀਕਾਰ ਹੁੰਦਾ ਹੈ ਉਹ ਕਵਿਤਾ ਦਾ ਹੀ ਹੁੰਦਾ। ਸਿਰਫ ਇੰਨਾ ਹੀ ਪੜ੍ਹਨਾ ਹੈ, ਇਸ ਤੋਂ ਇਲਾਵਾ ਤੁਸੀਂ ਸਿਲੇਬਸ ਤੋਂ ਬਾਹਰ ਬਿਲਕੁਲ ਨਹੀਂ ਜਾਣਾ। ਤੇ ਦੂਜੀ ਗੱਲ ਹੋਰ, ਇਸ ਸਾਹਿਤ ਰੂਪ ਦੇ ਬਾਰੇ ਹੀ ਪੜ੍ਹਨਾ ਹੈ, ਕਵਿਤਾ ਦੇ ਬਾਰੇ ਨਹੀਂ ਪੜ੍ਹਨਾ। ਜੋ ਸਾਹਿਤ ਦੇ ਅੰਦਰ ਕਵਿਤਾਵਾਂ ਦੇ ਰੱਖੀਆਂ ਨੇ ਜਾਂ ਕਵੀ ਦੇ ਰੱਖੇ ਨੇ ਉਹਨਾਂ ਨੂੰ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਸਿਲੇਬਸ ਆਪਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਕਵੀ ਪੜ੍ਹੋ, ਸਗੋਂ ਕਿ ਇਹ ਕਹਿ ਰਿਹਾ ਕਿ ਸਾਹਿਤ ਰੂਪ ਪੜ੍ਹੋ। ਆਰੰਭ ਤੋਂ ਹੀ ਕਵਿਤਾ ਮਨੁੱਖ ਦੀ ਸੂਝ ਭੁੱਖ ਨੂੰ ਪੂਰਾ ਕਰਦੀ ਰਹੀ ਹੈ। ਕਵਿਤਾ ਨੂੰ ਸਾਹਿਤ ਦਾ ਸਭ ਤੋਂ ਹਰਮਨ ਪਿਆਰਾ ਰੂਪ ਵੀ ਮੰਨਿਆ ਜਾਂਦਾ ਹੈ। ਯਾਨੀ ਸਭ ਤੋਂ ਚਹੇਤੇ ਕਾਵੀ ਰੂਪਾਂ ਦੇ ਅੰਦਰ ਜੇ ਸ਼ਾਮਿਲ ਕਰਨਾ ਹੋਵੇ ਤਾਂ ਕਵਿਤਾ ਦਾ ਨਾਮ ਸ਼ਾਮਿਲ ਹੁੰਦਾ ਹੈ। ਦੋ ਪ੍ਰਸ਼ਨ ਨੇ, ਪਹਿਲਾ ਤਾਂ ਪਹਿਲਾ ਸਾਹਿਤ ਰੂਪ ਹੈ, ਦੂਜਾ ਹਰਮਨ ਪਿਆਰਾ ਸਾਹਿਤ ਰੂਪ ਹੈ। ਇਹ ਦੋ ਪ੍ਰਸ਼ਨ ਬਣਦੇ ਨੇ। ਹੁਣ ਇਸ ਦੇ ਅੰਦਰ ਹੋਰ ਜੋ ਇੰਪੋਰਟੈਂਟ ਪ੍ਰਸ਼ਨ ਆ ਜਾਂਦੇ ਨੇ ਉਹ ਆ ਜਾਂਦੇ ਨੇ ਇਸ ਦੇ ਅਰਥ ਨੂੰ ਲੈ ਕੇ, ਇਸ ਦੀ ਪਰਿਭਾਸ਼ਾ ਨੂੰ ਲੈ ਕੇ। ਸਭ ਤੋਂ ਪਹਿਲੇ ਆਪਾਂ ਅਰਥ ਤੇ ਪਰਿਭਾਸ਼ਾ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਆਪਾਂ ਦੇਖਣਾ ਹੈ ਉਹ ਅਰਥ ਨੂੰ ਹੀ ਦੇਖਣਾ ਹੈ। ਕਵਿਤਾ ਦਾ ਜਿਹੜਾ ਅਰਥ ਆ ਜਾਂਦਾ ਉਹ ਇਹ ਹੈ ਕਿ ਕਵਿਤਾ ਇੱਕ ਸ਼ਬਦ ਕਲਾ ਹੈ ਜਿਸ ਵਿੱਚ ਮਨੁੱਖੀ ਅਨੁਭਵ ਨੂੰ ਪ੍ਰਤੀਬਿੰਬਿਤ ਕੀਤਾ ਜਾਂਦਾ ਹੈ। ਯਾਨੀ ਜਿਹੜੇ ਜ਼ਿੰਦਗੀ ਦੇ ਤਜਰਬੇ ਹੁੰਦੇ ਨੇ ਉਹਨਾਂ ਨੂੰ ਦਿਖਾਇਆ ਜਾਂਦਾ ਹੈ। ਕਿਹਨਾਂ ਦੇ ਰਾਹੀਂ? ਸ਼ਬਦਾਂ ਦੇ ਰਾਹੀਂ। ਸ਼ਬਦ ਇੱਕ ਕਲਾ ਦੇ ਰੂਪ ਦੇ ਅੰਦਰ ਕਵਿਤਾ ਦੇ ਅੰਦਰ ਵਿਰਾਜਮਾਨ ਹੁੰਦੇ ਨੇ। ਕਵਿਤਾ ਤੋਂ ਭਾਵ ਅਜਿਹੀ ਸ਼ਬਦ ਰਚਨਾ, ਯਾਨੀ ਕਵਿਤਾ ਤੋਂ ਜਿਹੜਾ ਆਪਾਂ ਮਤਲਬ ਲੈਂਦੇ ਹਾਂ ਉਹ ਇੱਕ ਐਸੀ ਸ਼ਬਦ ਰਚਨਾ ਤੋਂ ਲੈਂਦੇ ਹਾਂ ਜਿਸ ਦੇ ਅੰਦਰ ਜਿਸ ਵਿੱਚ ਜਜ਼ਬਾ, ਖਿਆਲ, ਲੈ, ਤਾਲ ਤੇ ਕਲਪਨਾ ਦਾ ਸੁੰਦਰ ਸੁਮੇਲ ਹੋਵੇ। ਯਾਨੀ ਕਵਿਤਾ ਦੇ ਅੰਦਰ ਕੀ ਕੀ ਹੁੰਦਾ? ਇੱਕ ਤਾਂ ਜਜ਼ਬਾ ਹੁੰਦਾ ਹੈ, ਖਿਆਲ ਹੁੰਦਾ ਯਾਨੀ ਕਿਸੇ ਵਿਚਾਰ ਦੀ ਗੱਲ ਹੁੰਦੀ, ਲੈ ਤਾਲ ਵੀ ਯਾਨੀ ਇਹਨੂੰ ਗਾਇਆ ਜਾ ਸਕਦਾ ਹੈ, ਕਲਪਨਾ ਯਾਨੀ ਇਹਦੇ ਅੰਦਰ ਕਿਤੇ ਨਾ ਕਿਤੇ ਖੁਆਬ ਉਲੀਕੇ ਜਾਂਦੇ ਨੇ। ਇਹ ਸਾਰੀਆਂ ਗੱਲਾਂ ਦਾ ਸੁੰਦਰ ਸੁਮੇਲ ਹੁੰਦਾ ਹੈ। ਕਵਿਤਾ ਵਿੱਚ ਮਨੁੱਖੀ ਜਜ਼ਬੇ ਸ਼ਬਦਾਂ ਦੁਆਰਾ ਪ੍ਰਗਟ ਹੁੰਦੇ ਨੇ। ਅਰਥ ਨੂੰ ਸਮਝ ਲੈਣਾ, ਸ਼ਬਦਾਵਲੀ ਘਬਾ ਕੇ ਜਾਂ ਫਿਰ ਕਿਵੇਂ ਵੀ ਕਿਸੇ ਹੋਰ ਵਿਦਵਾਨ ਦਾ ਨਾਮ ਦੇ ਕੇ ਵੀ ਇਹ ਪੁੱਛਿਆ ਜਾ ਸਕਦਾ ਹੈ ਕਿ ਕਵਿਤਾ ਦੇ ਕਿਹੜੇ ਅਰਥ ਢੁਕਵੇਂ ਨੇ ਜਾਂ ਕਿਹੜਾ ਅਰਥ ਢੁਕਵਾਂ ਨਹੀਂ ਹੈ, ਇਹ ਵੀ ਪੁੱਛਿਆ ਜਾ ਸਕਦਾ ਹੈ। ਤਾਂ ਇਹ ਸਿਰਫ ਅਰਥ ਮਾਤਰ ਤੱਕ ਸੀ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਕਵਿਤਾ ਦੀ ਪਰਿਭਾਸ਼ਾ ਦੇ ਬਾਰੇ ਕਰਨੀ। ਇਹ ਬਹੁਤ ਹੀ ਇੰਪੋਰਟੈਂਟ ਹੈ, ਨੋਟ ਕਰ ਲੈਣਾ। ਜਿੰਨੇ ਵੀ ਆਪ ਨੂੰ ਸਿਲੇਬਸ ਦੇ ਅੰਦਰ ਇਹ ਨਾਮ ਦੇ ਰੱਖੇ ਨੇ, ਮੈਂ ਜੋ ਇਹ ਕਰਵਾ ਰਿਹਾ ਆਪ ਨੂੰ
ऑथेंटिक बुक जो आपदे सिलेबस दे लई निर्धारित की गई है। वैसे तो उसके अंदर ये लिखिया कि राजस्थान सिक्ख्या के अंदर पंजाबी ਦੀਆਂ ਜਿਹੜੀਆਂ बुकां ਲੱਗੀਆਂ ने बोर्ड के अनुसार ਉਹ ਨੇ, ਉਹਨਾਂ ਦੇ ਅੰਦਰੋਂ ਇਹ 12ਵੀਂ ਜਮਾਤ ਦੀ ਬੁੱਕ ਹੈ ਜਿਸ ਦੇ ਅੰਦਰੋਂ ਸਾਹਿਤ ਰੂਪ ਕਵਿਤਾ ਮੈਂ ਤੁਹਾਨੂੰ ਪੜ੍ਹਾ ਰਿਹਾ ਹਾਂ। ਪਹਿਲੇ ਆਪ ਵਿੱਚੋਂ ਬਹੁਤ ਸਾਰੇ ਬੱਚਿਆਂ ਨੇ ਪੜ੍ਹੀ ਵੀ ਹੋਏਗੀ, ਪਰ ਇੰਪੋਰਟੈਂਟ ਪ੍ਰਸ਼ਨ ਇਹ ਚੋਂ ਕਿਹੜੇ ਨਿਕਲ ਸਕਦੇ ਨੇ ਉਹ ਵੀ ਇਸ ਵਾਰ ਜ਼ਰੂਰ ਦੇਖਣੇ ਬਣਦੇ ਨੇ। ਇਹ ਵੀ ਆਪ ਦੇ ਲਈ ਇੱਕ ਲਾਹੇਵੰਦ ਗੱਲ ਹੈ ਕਿ ਇੰਪੋਰਟੈਂਟ ਪ੍ਰਸ਼ਨਾਂ ਨੂੰ ਨੋਟਿਸ ਕਰਦੇ ਹੋਏ ਹੀ ਆਪਾਂ ਇਸ ਨੂੰ ਪੜ੍ਹ ਰਹੇ ਹਾਂ। ਤਾਂ ਦੇਖੋ, ਪੂਰਨ ਸਿੰਘ ਨੂੰ ਬਿਲਕੁਲ ਤੁਸੀਂ ਛੱਡ ਕੇ ਕਵਿਤਾ ਨੂੰ ਨਹੀਂ ਪੜ੍ਹ ਸਕਦੇ। ਇਸ ਨੂੰ ਨੋਟ ਕਰ ਲੈਣਾ ਤੇ ਵੈਰੀ ਇੰਪੋਰਟੈਂਟ ਦੇ ਅੰਦਰ ਸ਼ਾਮਿਲ ਕਰ ਲੈਣਾ, ਕਿਉਂਕਿ ਇਹ ਪੂਰਨ ਸਿੰਘ ਬਾਰੇ ਪਹਿਲੇ ਵੀ 1-2 ਵਾਰ ਐਗਜ਼ਾਮਾਂ ਦੇ ਅੰਦਰ ਪੁੱਛਿਆ ਜਾ ਚੁੱਕਿਆ ਤੇ ਇਹੀ ਪਰਿਭਾਸ਼ਾ ਪੁੱਛੀ ਜਾ ਚੁੱਕੀ ਹੈ। ਪੂਰਨ ਸਿੰਘ ਨੇ ਕੀ ਕਿਹਾ ਕਵਿਤਾ ਨੂੰ? ਕਵਿਤਾ ਨੂੰ ਪਿਆਰ ਵਿੱਚ ਮੋਏ ਹੋਏ ਬੰਦਿਆਂ ਦੇ ਮਿੱਠੇ ਬਚਨ ਆਖਿਆ ਹੈ। ਉਹ ਕਵਿਤਾ ਨੂੰ ਰੂਹਾਂ ਦੀ ਬੋਲੀ ਮੰਨਦਾ ਹੈ। ਤਾਂ ਯਾਨੀ ਪੂਰਨ ਸਿੰਘ ਨੇ ਕਵਿਤਾ ਨੂੰ ਕੀ ਮੰਨਿਆ? ਇੱਕ ਤਾਂ ਰੂਹਾਂ ਦੀ ਬੋਲੀ ਤੇ ਦੂਜਾ ਪਿਆਰ ਵਿੱਚ ਮੋਏ ਹੋਏ ਬੰਦਿਆਂ ਦੇ ਮਿੱਠੇ ਬਚਨ। ਇਹ ਸ਼ਬਦਾਵਲੀ ਆਪਣੀ ਨੋਟਬੁੱਕ ਤੇ ਨੋਟ ਕਰ ਲੈਣਾ, ਐਗਜ਼ਾਮ ਦੇ ਅੰਦਰ ਪੁੱਛੀ ਜਾ ਸਕਦੀ ਹੈ। ਹੁਣ ਇੱਥੇ ਇਹ ਸਿਰਫ ਅਰਥ ਮਾਤਰ ਦੱਸਿਆ ਗਿਆ, ਸਮਝਾਇਆ ਗਿਆ ਹੈ। ਇੱਥੇ ਹੋਰ ਇਸ ਦੇ ਬਾਰੇ ਕੋਈ ਗੱਲ ਨਹੀਂ, ਇਹ ਗੱਲ ਆਪਾਂ ਉੱਪਰ ਕਰਕੇ ਆ ਚੁੱਕੇ ਹਾਂ। ਪਰ ਇਸ ਤੋਂ ਬਾਅਦ ਇੱਕ ਹੋਰ ਵਿਦਵਾਨ ਦਾ ਨਾਮ ਆ ਜਾਂਦਾ ਹੈ ਕਾਰਲਾਈਲ ਅਨੁਸਾਰ। ਤਾਂ ਕਾਰਲਾਈਲ ਕਵਿਤਾ ਦੇ ਬਾਰੇ ਕੀ ਕਹਿੰਦਾ ਹੈ? ਤਾਂ ਉਹਦੇ ਅਨੁਸਾਰ ਕਿਹਾ ਗਿਆ ਕਿ ਕਵਿਤਾ ਇੱਕ ਗਾਉਂਦਾ ਜਜ਼ਬਾ ਹੈ। ਕਾਰਲਾਈਲ ਨੂੰ ਬਿਲਕੁਲ ਨੋਟ ਕਰ ਲੈਣਾ ਆਪਣੀ। ਇਹ ਕੋਈ ਜ਼ਿਆਦਾ ਪਰਿਭਾਸ਼ਾਵਾਂ ਤਾਂ ਨਹੀਂ ਬਣਦੀਆਂ, ਜਿਵੇਂ ਸਾਹਿਤ ਰੂਪ ਦੇ ਕਵਿਤਾ ਦੇ ਅਗਰ ਗੱਲ ਕਰੀਏ ਤਾਂ 3-4 ਪਰਿਭਾਸ਼ਾਵਾਂ ਹੋ ਜਾਣਗੀਆਂ। ਦੂਸਰੀ ਕਾਰਲਾਈਲ ਨੂੰ ਆਪਾਂ ਦੇਖ ਲਿਆ। ਕਾਰਲਾਈਲ ਨੇ ਕੀ ਕਿਹਾ? ਕਵਿਤਾ ਇੱਕ ਗਾਉਂਦਾ ਜਜ਼ਬਾ ਹੈ। ਹੁਣ ਆਪਾਂ ਦੇਖ ਲੈਂਦੇ ਹਾਂ ਕਿ ਮੈਥਿਊ ਅਰਨਾਲਡ ਹੈ ਜਿਹੜਾ, ਉਹ ਕਵਿਤਾ ਦੇ ਬਾਰੇ ਕੀ ਕਹਿੰਦਾ ਹੈ। ਤਾਂ ਮੈਥਿਊ ਅਰਨਾਲਡ ਹੈ ਜਿਹੜਾ, ਉਸਨੇ ਕਿਹਾ ਕਿ ਕਵਿਤਾ ਜੀਵਨ ਦੀ ਪੜਚੋਲ ਹੈ। ਯਾਨੀ ਮੈਥਿਊ ਅਰਨਾਲਡ ਨੇ ਕੀ ਕਿਹਾ ਹੈ? ਕਵਿਤਾ ਜੀਵਨ ਦੀ ਪੜਚੋਲ ਹੈ। ਤਾਂ ਆਪਾਂ ਤਿੰਨ ਨੂੰ ਦੇਖਿਆ, ਪੂਰਨ ਸਿੰਘ, ਕਾਰਲਾਈਲ ਤੇ ਮੈਥਿਊ ਅਰਨਾਲਡ। ਇਹ ਤਿੰਨਾਂ ਦੀ ਪਰਿਭਾਸ਼ਾ ਨੂੰ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰ ਲੈਣਾ, ਐਗਜ਼ਾਮ ਦੇ ਅੰਦਰ ਪੁੱਛਿਆ ਜਾ ਸਕਦਾ ਹੈ। ਪੂਰੀ ਸੰਭਾਵਨਾ ਰਹਿੰਦੀ ਹੈ ਕਿ ਤੁਹਾਨੂੰ ਜੋ ਸਿਲੇਬਸ ਦੱਸਿਆ ਗਿਆ ਹੈ ਉਹ ਇਹਨਾਂ ਦੇ ਆਲੇ ਦੁਆਲੇ ਹੀ ਪ੍ਰਸ਼ਨ ਉਠਾਏ ਜਾਣਗੇ। ਐਸਾ ਕਦੇ ਵੀ ਨਹੀਂ ਹੁੰਦਾ ਕਿ ਦੱਸੇ ਹੋਏ ਸਿਲੇਬਸ ਤੋਂ ਬਾਹਰ ਬਹੁਤ ਜ਼ਿਆਦਾ ਪੇਪਰ ਚਲਿਆ ਗਿਆ ਹੋਵੇ। ਸਿਰਫ ਕੁਝ ਚੁਣਿੰਦਾ ਪ੍ਰਸ਼ਨ ਹੀ ਹੋ ਸਕਦਾ ਹੈ ਸਿਲੇਬਸ ਤੋਂ ਬਾਹਰ ਚਲੇ ਜਾਣ। ਬਾਕੀ ਇਹਨਾਂ ਬੁੱਕਾਂ ਦੇ ਅੰਦਰੋਂ ਹੀ ਜੋ ਤੁਹਾਨੂੰ ਸਿਲੇਬਸ ਦੇ ਲਈ ਦੱਸੀਆਂ ਜਾਂਦੀਆਂ ਨੇ ਉਹਨਾਂ ਦੇ ਅੰਦਰੋਂ ਹੀ ਪ੍ਰਸ਼ਨ ਉਠਾਏ ਜਾਂਦੇ ਨੇ। ਬਸ ਫਰਕ ਇਹ ਹੈ ਕਿ ਤੁਹਾਨੂੰ ਉਹ ਪ੍ਰਸ਼ਨ ਹੈ ਜਿਹੜੇ ਬਹੁਤ ਹਲਕੇ ਜਾਂ ਇੱਦਾਂ ਦੇ ਮਹਿਸੂਸ ਹੁੰਦੇ ਕਿ ਇਹਨਾਂ ਦੇ ਬਾਰੇ ਸ਼ਾਇਦ ਨਹੀਂ ਪੁੱਛਿਆ ਜਾਏਗਾ, ਪਰ ਐਗਜ਼ਾਮ ਦੇ ਅੰਦਰ ਬੜੇ ਬਰੀਕੀ ਦੇ ਨਾਲ ਇਹਨਾਂ ਨੂੰ ਘੁਮਾ ਕੇ ਪੁੱਛ ਲਿਆ ਜਾਂਦਾ ਹੈ। ਸੋ ਇਸ ਤੋਂ ਅਗਲਾ ਜਿਹੜਾ ਪੁਆਇੰਟ ਆ ਜਾਂਦਾ ਹੈ ਉਹ ਆ ਜਾਂਦਾ ਹੈ ਕਵਿਤਾ ਦੇ ਤੱਤ। ਤਾਂ ਕਵਿਤਾ ਦੇ ਜੋ ਤੱਤ ਹੈ ਇਹ ਐਗਜ਼ਾਮ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਨੇ। ਕਵਿਤਾ ਦੇ ਬਾਰੇ, ਜੇ ਸਾਹਿਤ ਰੂਪ ਕਵਿਤਾ ਦੇ ਬਾਰੇ ਤੁਹਾਨੂੰ ਕੋਈ ਐਗਜ਼ਾਮ ਦੇ ਅੰਦਰ ਪ੍ਰਸ਼ਨ ਪੁੱਛਿਆ ਜਾਂਦਾ ਹੈ ਤਾਂ ਤੱਤਾਂ ਦੇ ਬਾਰੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਤੇ ਸੰਭਾਵਨਾ ਵਧੇਰੇ ਇਹ ਹੈ ਕਿ ਕਵਿਤਾ ਦੇ ਕਿਹੜੇ ਤੱਤ ਹੈ ਜਾਂ ਕਿਹੜੇ ਨਹੀਂ ਹੈ ਇਹ ਹੀ ਪੁੱਛਿਆ ਜਾਏਗਾ। ਤੇ ਜਦੋਂ ਆਪਾਂ ਇਹਨਾਂ ਦੀ ਗੱਲ ਕਰਨਾ, ਮੈਂ ਇਹਨਾਂ ਦੇ ਬਾਰੇ ਤੁਹਾਨੂੰ ਦੱਸ ਵੀ ਦੇਣਾ ਹਾਂ ਕਿ ਜਿਹੜੇ ਕਵਿਤਾ ਦੇ ਆਪ ਨੂੰ ਸਿਲੇਬਸ ਦੇ ਅੰਦਰ ਜਿਹੜਾ ਸਾਹਿਤ ਰੂਪ ਕਵਿਤਾ ਪੁੱਛੀ ਗਈ ਹੈ ਤਾਂ ਉਹਦੇ ਜਦੋਂ ਤੱਤਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਅੰਦਰ ਆਪਾਂ ਨੂੰ ਪਹਿਲਾ ਜੋ ਕਾਵੀ ਤੱਤ ਆ ਜਾਂਦਾ ਹੈ ਉਹ ਆ ਜਾਂਦਾ ਹੈ ਕਾਵੀ ਭਾਸ਼ਾ ਦਾ। 1 ਨੰਬਰ ਲਗਾ ਕੇ ਨੋਟ ਕਰ ਲੈਣਾ ਕਾਵੀ ਭਾਸ਼ਾ। ਇਸ ਦੇ ਅੱਗੇ ਤੁਹਾਨੂੰ ਕੁਝ ਵੀ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕਵੀ ਹੈ ਜਿਹੜੀ ਆਪਣੀ ਕਵਿਤਾ ਦੇ ਅੰਦਰ ਕਿਸ ਤਰੀਕੇ ਦੀ ਭਾਸ਼ਾ ਦੀ ਸਿਰਜਣਾ ਕਰਦਾ ਹੈ, ਕਿਸ ਤਰੀਕੇ ਦੀ ਭਾਸ਼ਾ ਨੂੰ ਉਹ ਆਪਣੀ ਕਵਿਤਾ ਦੇ ਅੰਦਰ ਵਰਤਦਾ ਹੈ, ਉਸ ਦੀ ਭਾਸ਼ਾ ਦੀ ਜਿਹੜੀ ਕੋਮਲਤਾ ਤੇ ਸ਼ਬਦ ਸ਼ਕਤੀਆਂ ਨੇ ਉਹ ਕਿੱਦਾਂ ਦੀਆਂ ਸ਼ਾਮਿਲ ਕੀਤੀਆਂ ਨੇ। ਇਹ ਸਾਰੇ ਹੀ ਜਿਹੜੀ ਗੱਲ ਹੁੰਦੀ ਹੈ ਇਹ ਇਸ ਦੇ ਜਿਹੜੇ ਇੰਪੋਰਟੈਂਟ ਤੱਤ ਹੈ ਜਿਹੜਾ ਕਵਿਤਾ ਦਾ ਕਾਵੀ ਭਾਸ਼ਾ ਦੇ ਅੰਦਰ ਕੀਤੀ ਜਾਂਦੀ ਹੈ। ਫਿਰ ਦੂਸਰਾ ਜੋ ਇਸ ਦਾ ਤੱਤ ਕਹਿ ਲਓ, ਅੰਗ ਕਹਿ ਲਓ, ਉਹ ਆ ਜਾਂਦਾ ਹੈ ਪ੍ਰਤੀਕ। ਪ੍ਰਤੀਕ ਤੋਂ ਬਿਨਾਂ ਕੋਈ ਵੀ ਕਵਿਤਾ ਹੈ ਜਿਹੜੀ ਉਹ ਅਧੂਰੀ ਮੰਨੀ ਜਾਂਦੀ ਹੈ। ਪ੍ਰਤੀਕ ਜਿਵੇਂ ਕਿ ਕਵੀ ਆਪਣੀ ਕਵਿਤਾ ਦੇ ਅੰਦਰ ਕੁਝ ਚਿੰਨ੍ਹ ਪ੍ਰਤੀਕ ਵਰਤ ਲੈਂਦਾ ਹੈ, ਯਾਨੀ ਕੋਈ ਦ੍ਰਿਸ਼ ਦਿਖਾ ਕੇ ਸ਼ਬਦ ਦੇ ਰਾਹੀਂ ਕੁਝ ਇੱਦਾਂ ਦੇ ਦ੍ਰਿਸ਼ ਦਿਖਾ ਦਿੰਦਾ ਹੈ ਜੋ ਸਾਡੇ ਦਿਮਾਗ ਦੇ ਅੰਦਰ ਹੂ ਬਹੂ ਉਹ ਆਕਾਰ ਧਾਰਨ ਕਰ ਜਾਂਦੇ ਨੇ।
ਉਹਨਾਂ ਨੂੰ ਪ੍ਰਤੀਕ ਹੀ ਕਿਹਾ ਜਾਂਦਾ ਹੈ। ਜਿਵੇਂ ਕਿ ਮੋਹਨ ਸਿੰਘ ਦੀ ਇਸ ਕਵਿਤਾ ਦੇ ਰਾਹੀਂ ਦੋ ਟੋਇਆਂ ਦੇ ਵਿੱਚ ਭੌ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ। ਹੁਣ ਮਹਿਲ ਤੇ ਢੋਕਾਂ ਨੂੰ ਦਿਖਾਇਆ ਆਪਣੇ ਦਿਮਾਗ ਦੇ ਅੰਦਰ ਸ਼ਬਦ ਚਿੱਤਰਾਂ ਦੇ ਰਾਹੀਂ, ਤਾਂ ਇਹਨਾਂ ਨੂੰ ਆਪਾਂ ਪ੍ਰਤੀਕ ਹੀ ਕਹਾਂਗੇ। ਸਿਰਫ ਤੁਸੀਂ ਇਹ ਗੱਲ ਨੋਟ ਕਰਨੀ ਹੈ, ਜਾਂ ਫਿਰ ਐਗਜ਼ਾਮ ਦੇ ਅੰਦਰ ਇਹ ਵੀ ਪੁੱਛਿਆ ਜਾਂਦਾ ਕਿ ਇਹਨਾਂ ਚੋਂ ਕਿਹੜੇ ਪ੍ਰਤੀਕ ਚਿੰਨ੍ਹ ਕਵੀ ਨੇ ਆਪਣੀ ਇਸ ਕਵਿਤਾ ਦੇ ਅੰਦਰ ਸ਼ਾਮਿਲ ਕੀਤੇ ਨੇ। ਫਿਰ ਤੀਜਾ ਇੰਪੋਰਟੈਂਟ ਜੋ ਆਪਣੇ ਕੋਲ ਆ ਜਾਂਦਾ, ਬਿੰਬ ਤੇ ਬਿੰਬਾਵਲੀ ਆ ਜਾਂਦਾ ਹੈ। ਇਹ ਵੀ ਬਹੁਤ ਹੀ ਮਹੱਤਵਪੂਰਨ ਹੈ ਕਿ ਬਿੰਬ ਤੇ ਜਿਹੜੀ ਬਿੰਬਾਵਲੀ ਹੈ ਇਹ ਕਵਿਤਾ ਦਾ ਇੱਕ ਅਨਿੱਖੜਵਾਂ ਤੇ ਬਹੁਤ ਹੀ ਜ਼ਰੂਰੀ ਇੱਕ ਤੱਤ ਮੰਨਿਆ ਗਿਆ ਹੈ। ਇੱਕ ਤਰੀਕੇ ਨਾਲ ਬਿੰਬ ਨੂੰ ਆਪਾਂ ਕਵਿਤਾ ਦੇ ਚਿੱਤਰ ਕਹਿ ਸਕਦੇ ਹਾਂ, ਯਾਨੀ ਬਿੰਬਾਂ ਦੇ ਰਾਹੀਂ ਆਪਾਂ ਨੂੰ ਨਾ ਇੱਕ ਨਕਸ਼ਾ, ਇੱਕ ਤਸਵੀਰ ਦਿਖਾ ਦਿੰਦਾ ਹੈ ਕਵੀ। ਚਾਹੇ ਉਹਦੇ ਅੰਦਰ ਰੰਗ ਨਹੀਂ ਹੈ, ਚਾਹੇ ਉਹਦੇ ਅੰਦਰ ਲਕੀਰਾਂ ਨਹੀਂ ਹੈ, ਪਰ ਕਵੀ ਨੇ ਫਿਰ ਵੀ ਆਪਣੇ ਸ਼ਬਦਾਂ ਦੀ ਮੁਹਾਰਤ ਨਾਲ ਸਾਡੇ ਚਿਹਰਿਆਂ ਦੇ ਸਾਹਮਣੇ ਇੱਕ ਐਸੀ ਤਸਵੀਰ ਲੈ ਆਂਦੀ ਜੋ ਕਿ ਉਹ ਦਿਖਾਉਣੀ ਚਾਹੁੰਦਾ ਹੈ। ਬਸ ਐਸੇ ਨੂੰ ਬਿੰਬ ਤੇ ਬਿੰਬਾਵਲੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜਿਹੜਾ ਚੌਥਾ ਇੰਪੋਰਟੈਂਟ ਤੱਤ ਆ ਜਾਂਦਾ ਹੈ ਕਵਿਤਾ ਦਾ, ਸਾਹਿਤ ਰੂਪ ਕਵਿਤਾ ਦਾ, ਉਹ ਆ ਜਾਂਦਾ ਹੈ ਛੰਦ। ਛੰਦ ਤੁਹਾਨੂੰ ਇੱਕ ਵੱਖਰੇ ਟੌਪਿਕ ਦੇ ਤਹਿਤ ਵੀ ਪੜ੍ਹਾਏ ਜਾਣਗੇ। ਪਹਿਲੇ ਤੋਂ ਵੀ ਇਸ ਚੈਨਲ ਦੇ ਉੱਪਰ ਅਪਲੋਡ ਨੇ, ਉਹ ਵੀਡੀਓ ਤੁਸੀਂ ਦੇਖ ਸਕਦੇ ਹੋ। ਇਸ ਰੀਟ ਮੇਨ ਐਗਜ਼ਾਮ ਦੇ ਨਜ਼ਰੀਏ ਤੋਂ ਵੀ ਬਿਲਕੁਲ ਪੜ੍ਹਾਵਾਂਗਾ। ਤੇ ਰਸ, ਛੰਦ, ਅਲੰਕਾਰ ਇਹ ਇੱਕ ਐਸੇ ਨੇ ਜਿਹੜੇ ਕਵਿਤਾ ਦੇ ਅੰਦਰ ਬਹੁਤ ਲਾਜ਼ਮੀ ਨੇ। ਦੇਖੋ ਛੰਦ ਹੈ ਜਿਹੜੀ, ਛੰਦ ਮੁਕਤ ਵੀ ਕਵਿਤਾਵਾਂ ਨੇ। ਛੰਦ ਮੁਕਤ ਜਿਹੜੀ ਕਵਿਤਾ ਦਾ ਵਿਧਾਨ ਹੈ ਉਹ ਆਧੁਨਿਕ ਕਵਿਤਾ ਦੇ ਅੰਦਰ ਸਿਰਜਿਆ ਗਿਆ ਹੈ, ਪਰ ਵਧੇਰੇ ਕਵਿਤਾਵਾਂ ਨੇ ਜਿਹੜੀਆਂ ਉਹ ਛੰਦ ਦੇ ਦਾਇਰੇ ਦੇ ਅੰਦਰ ਨੇ। ਇਹਦੇ ਅੰਦਰ ਕਵਿਤਾ ਦੇ ਅੰਦਰ ਵਰਤੇ ਗਏ ਜਿਹੜੇ ਸ਼ਬਦ ਨੇ, ਧੁਨੀਆਂ ਨੇ, ਉਹਨਾਂ ਦਾ ਜਿਹੜਾ ਤੋਲ ਤੁਕਾਂਤ ਹੈ, ਵਜ਼ਨ ਹੈ, ਨਾਪ ਤੋਲ ਹੈ, ਉਹ ਛੰਦ ਦੇ ਰਾਹੀਂ ਕੀਤਾ ਜਾਂਦਾ ਹੈ। ਸੋ ਇੰਪੋਰਟੈਂਟ ਜਿਹੜਾ ਤੱਤ ਹੈ, ਇੱਕ ਅੰਗ ਹੈ ਕਵਿਤਾ ਦਾ, ਛੰਦ, ਉਹਨੂੰ ਤੁਸੀਂ ਬਿਲਕੁਲ ਮਿਸ ਨਹੀਂ ਕਰ ਸਕਦੇ। ਤਾਂ ਇਹਨੂੰ ਬਿਲਕੁਲ ਨੋਟ ਕਰ ਲੈਣਾ ਕਿ ਕਵਿਤਾ ਦੇ ਅੰਦਰ ਛੰਦ ਹੈ ਜਿਹੜਾ ਉਹ ਇੱਕ ਤੱਤ ਦੀ ਵਜੋਂ ਹੈ। ਜਿਵੇਂ ਛੰਦ ਹੈ ਉਸੇ ਹੀ ਤਰੀਕੇ ਨਾਲ ਇੱਕ ਇੰਪੋਰਟੈਂਟ ਤੱਤ ਹੈ ਜਿਹੜਾ ਉਹ ਅਲੰਕਾਰ ਦਾ ਵੀ ਆ ਜਾਂਦਾ ਹੈ। ਹੁਣ ਅਲੰਕਾਰ ਹੈ ਜੋ, ਇਹਦੇ ਅੰਦਰ ਕਵੀ ਆਪਣੀ ਕਵਿਤਾ ਦੇ ਅੰਦਰ ਸ਼ਬਦਾਂ ਨੂੰ ਇਸ ਤਰੀਕੇ ਨਾਲ ਸ਼ਿੰਗਾਰਦਾ ਹੈ ਕਿ ਉਹ ਬਹੁਤ ਹੀ ਸੁੰਦਰ ਮਹਿਸੂਸ ਹੁੰਦੇ ਨੇ, ਸੁੰਦਰਤਾ ਬਿਆਨ ਕਰਦੇ ਨੇ, ਜਿਨ੍ਹਾਂ ਨੂੰ ਆਪਾਂ ਇੱਕ ਕਵੀ ਦੇ ਦੁਆਰਾ ਕਵਿਤਾ ਦੇ ਅੰਦਰ ਵਰਤੇ ਗਏ ਇੱਕ ਗਹਿਣੇ ਜਾਂ ਫਿਰ ਸ਼ਿੰਗਾਰ ਕਹਿ ਸਕਦੇ ਹਾਂ। ਇਹ ਹੁੰਦੇ ਸ਼ਬਦ ਨੇ ਪਰ ਕਵਿਤਾ ਨੂੰ ਖੂਬਸੂਰਤੀ ਬਖਸ਼ਦੇ ਨੇ। ਉਸੇ ਨੂੰ ਹੀ ਆਪਾਂ ਅਲੰਕਾਰ ਇੱਕ ਤੱਤ ਦੇ ਨਜ਼ਰੀਏ ਤੋਂ ਦੇਖਦੇ ਹਾਂ। ਤੇ ਇਸ ਤੋਂ ਇਲਾਵਾ ਜਿਹੜਾ ਹੋਰ ਇੰਪੋਰਟੈਂਟ ਜਿਹੜੇ ਤੱਤ ਆ ਜਾਂਦੇ ਨੇ, ਉਹਨਾਂ ਦੇ ਅੰਦਰ ਸ਼ਾਮਿਲ ਹੈ ਕਲਪਨਾ। ਹੁਣ ਕਲਪਨਾ ਇੱਕ ਤਰੀਕੇ ਦੀ ਉਹ ਭਾਵ ਹੈ ਜਿਹੜੀ ਕਿ ਉਸਨੇ ਦਿਮਾਗ ਦੇ ਅੰਦਰ ਕਲਪਿਆ ਹੈ ਕਿ ਇੱਦਾਂ ਹੋ ਸਕਦਾ ਹੈ, ਜਾਂ ਫਿਰ ਇਹ ਕਹੋ ਕਿ ਇਹ ਸਾਰੀ ਕਲਪਿਤ ਗੱਲ ਹੁੰਦੀ ਹੈ ਕਿ ਉਹ ਆਪਣੇ ਦਿਮਾਗ ਦੇ ਅੰਦਰ ਆਈ ਹੋਈ ਕਿਸੇ ਧਾਰਨਾ ਨੂੰ ਸ਼ਬਦਾਂ ਦੇ ਰਾਹੀਂ ਲੋਕਾਂ ਦੇ ਸਾਹਮਣੇ ਮੂਰਤ ਕਰਦਾ ਹੈ। ਇੱਥੇ ਇੱਕ ਪਰਿਭਾਸ਼ਾ ਵੀ ਦਿੱਤੀ ਹੋਈ ਹੈ। ਕਲਪਨਾ ਜੋ ਤੱਤ ਹੈ ਉਸ ਦੇ ਅੰਦਰ ਆਪ ਨੂੰ ਸਿਲੇਬਸ ਦੇ ਅਕੋਰਡਿੰਗ ਤੁਸੀਂ ਬਿਲਕੁਲ ਨੋਟ ਕਰ ਲੈਣਾ। ਇੱਕ ਅੰਗਰੇਜ਼ੀ ਕਵੀ ਕਾਲਰੀਜ਼ ਨੇ ਜਿਹੜੇ ਕਵਿਤਾ ਦੇ ਕਲਪਨਾ ਤੱਤ ਦੇ ਬਾਰੇ ਇਹ ਗੱਲ ਕਹੀ ਹੈ ਕਿ ਕਵਿਤਾ ਤਾਂ ਕਲਪਨਾ ਦੀ ਪੈਦਾਵਾਰ ਹੀ ਹੈ। ਇਸ ਨੂੰ ਬਿਲਕੁਲ ਨੋਟ ਕਰ ਲੈਣਾ, ਇਹਨੂੰ ਤੁਸੀਂ ਬਿਲਕੁਲ ਭੁੱਲ ਨਹੀਂ ਸਕਦੇ, ਕਿਉਂਕਿ ਐਗਜ਼ਾਮ ਦੇ ਅੰਦਰ ਇੱਦਾਂ ਹੀ ਲਾਈਨਾਂ ਦੇ ਅੰਦਰੋਂ ਪ੍ਰਸ਼ਨ ਉਠਾਏ ਜਾਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਤਾਂ ਕਲਪਨਾ ਇੱਕ ਕਵਿਤਾ ਦਾ ਹੋਰ ਜ਼ਰੂਰੀ ਤੱਤ ਹੈ ਤੇ ਉਹਦੇ ਅੰਦਰ ਕਾਲਰੀਜ਼ ਵਿਦਵਾਨ ਦੀ ਪਰਿਭਾਸ਼ਾ ਨੂੰ ਜ਼ਰੂਰ ਦੇਖ ਲੈਣਾ। ਫਿਰ ਅਗਲਾ ਇੱਕ ਇੰਪੋਰਟੈਂਟ ਜਿਹੜਾ ਤੱਤ ਆ ਜਾਂਦਾ ਹੈ ਉਹ ਆ ਜਾਂਦਾ ਹੈ ਭਾਵ ਦਾ। ਹੁਣ ਜਿਹੜਾ ਭਾਵ ਹੈ ਇਹਦਾ ਮਤਲਬ ਹੈ ਕਿ ਕਵੀ ਦੇ ਦੁਆਰਾ ਆਪਣੀ ਕਵਿਤਾ ਦੇ ਅੰਦਰ ਜੋ ਵੀ ਮਹੱਤਵਪੂਰਨ ਵਿਚਾਰ ਲੈ ਕੇ ਆਇਆ ਹੈ ਉਹ ਕਿਸ ਉਦੇਸ਼ ਦੀ ਪੂਰਤੀ ਦੇ ਲਈ ਲੈ ਕੇ ਆਇਆ ਹੈ ਤੇ ਉਹ ਕਿਹੜੇ ਭਾਵਾਂ ਦੇ ਰਾਹੀਂ ਉਹ ਉਸ ਨੂੰ ਪੈਦਾ ਕਰ ਰਿਹਾ ਹੈ। ਇਸ ਦੇ ਅੰਦਰ ਇਹੀ ਹੁੰਦੀ ਹੈ ਕਿ ਉਹ ਉਸ ਦੇ ਜਿਹੜੇ ਭਾਵ ਨੇ ਉਹ ਕਿਸ ਪ੍ਰਕਾਰ ਦੇ ਨੇ, ਪਿਆਰ ਦੇ ਨੇ, ਹਮਦਰਦੀ ਦੇ ਨੇ, ਡਰ ਦੇ ਨੇ, ਖੁਸ਼ੀ ਦੇ ਨੇ, ਜਾਂ ਫਿਰ ਕਿਸੇ ਹੋਰ ਪ੍ਰਕਾਰ ਦੇ ਨੇ। ਤਾਂ ਇਸ ਦੇ ਰਾਹੀਂ ਕਵੀ ਆਪਣੀ ਕਵਿਤਾ ਦੇ ਰਾਹੀਂ ਇੱਕ ਭਾਵ ਦੇ ਰਾਹੀਂ
ਇਹ ਕਹੀਏ ਕਿ ਕੋਈ ਜਿਹੜਾ ਵਿਚਾਰ ਹੁੰਦਾ ਹੈ ਉਹ ਸਾਹਮਣੇ ਕਲਪਿਤ ਕਰਦਾ ਹੈ। ਅਗਲਾ ਜਿਹੜਾ ਇੰਪੋਰਟੈਂਟ ਤੱਤ ਆ ਜਾਂਦਾ ਹੈ ਸਾਥੀਓ, ਉਹ ਆ ਜਾਂਦਾ ਹੈ ਵਿਚਾਰ ਦਾ। ਵਿਚਾਰ ਯਾਨੀ ਕਵੀ ਨੇ ਆਪਣੀ ਕਵਿਤਾ ਦੇ ਅੰਦਰ ਕਿਹੜਾ ਵਿਚਾਰ ਲਿਆ ਹੈ ਜਾਂ ਫਿਰ ਕਿਹੜੀ ਚੀਜ਼ ਨੂੰ ਉਹ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਹੈ, ਉਹਦੇ ਖਿਆਲ ਕੀ ਨੇ, ਉਹ ਆਪਣੀ ਕਵਿਤਾ ਦੇ ਅੰਦਰ ਵਰਤ ਕੇ ਕਵਿਤਾ ਦੇ ਅੰਦਰ ਇੱਕ ਜਾਨ ਭਰਦਾ ਹੈ ਤਾਂ ਕਿ ਲੋਕਾਂ ਦੇ ਅੰਦਰ ਕੋਈ ਮੈਸੇਜ ਚਲਿਆ ਜਾਏ। ਸੋ ਲੋਕਾਂ ਨੂੰ ਉਹ ਕੋਈ ਸੇਧ ਪਾਉਣ ਦੇ ਲਈ ਕੋਈ ਮੈਸੇਜ, ਕੋਈ ਸੁਨੇਹਾ, ਕੋਈ ਵਿਚਾਰ ਹੈ ਜਿਹੜਾ ਆਪਣੀ ਕਵਿਤਾ ਦੇ ਮਾਰਫਤ ਦਿੰਦਾ ਹੈ, ਤਾਂ ਵਿਚਾਰ ਨਾਮਕ ਤੱਤ ਵੀ ਸਾਹਿਤ ਰੂਪ ਦੇ ਅੰਦਰ ਸ਼ਾਮਿਲ ਕੀਤਾ ਗਿਆ ਹੈ। ਇਸ ਨੂੰ ਨੋਟ ਕਰ ਲੈਣਾ, ਐਗਜ਼ਾਮ ਦੇ ਅੰਦਰ ਬਿਲਕੁਲ ਪੁੱਛਿਆ ਜਾ ਸਕਦਾ ਹੈ। ਤੇ 9ਵਾਂ ਜੋ ਤੱਤ ਆ ਜਾਂਦਾ ਹੈ ਸਾਥੀਓ, ਉਹ ਆ ਜਾਂਦਾ ਹੈ ਰਸ ਦਾ। ਰਸ ਇੱਕ ਸਪੈਸ਼ਲ ਟੌਪਿਕ ਵੀ ਆਪਦੇ ਸਿਲੇਬਸ ਦੇ ਅੰਦਰ ਦਿੱਤਾ ਗਿਆ ਹੈ, ਪਰ ਕਵਿਤਾ ਦੇ ਅੰਦਰ ਇੱਕ ਤੱਤ ਦੇ ਵਜੋਂ ਵੀ ਰਸ ਹੁੰਦਾ ਹੈ ਕਿ ਕਵਿਤਾ ਦੇ ਅੰਦਰ ਇੱਕ ਕਵੀ ਕਿਸ ਪ੍ਰਕਾਰ ਦਾ ਰਸ ਭਰ ਰਿਹਾ ਹੈ। ਉਹ ਸ਼ਿੰਗਾਰ ਰਸ ਭਰ ਰਿਹਾ ਹੈ, ਉਹ ਕੋਈ ਡਰਾਉਣੀ ਚੀਜ਼ ਦਿਖਾ ਕੇ ਕੋਈ ਭੈ ਪੈਦਾ ਕਰ ਰਿਹਾ ਹੈ, ਜਾਂ ਤੁਹਾਨੂੰ ਹਸਾਉਣ ਦੇ ਲਈ ਉਹ ਕੋਈ ਹੋਰ ਹਾਸ ਰਸ ਦੀ ਵਰਤੋਂ ਕਰ ਰਿਹਾ ਹੈ। ਤਾਂ ਕਵਿਤਾ ਦੇ ਅੰਦਰ ਰਸ ਇੱਕ ਲਾਜ਼ਮੀ ਤੱਤ ਦੇ ਤੌਰ ਤੇ ਵਿਰਾਜਮਾਨ ਰਹਿੰਦਾ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਜੋ ਇਸ ਕਵਿਤਾ ਦੇ ਤੱਤਾਂ ਦੇ ਅੰਦਰ ਦੇਖਿਆ, ਤਾਂ ਉਹ ਇੰਪੋਰਟੈਂਟ ਜੋ ਤੱਤ ਸੀ ਉਹ 9 ਤੱਤ ਇਸ ਦੇ ਅੰਦਰ ਲਏ ਗਏ ਹੈ। ਇੱਕ ਰਸ ਆ ਜਾਂਦਾ ਹੈ, ਵਿਚਾਰ ਆ ਜਾਂਦਾ ਹੈ, ਇਸ ਤੋਂ ਇਲਾਵਾ ਭਾਵ ਆ ਜਾਂਦਾ ਹੈ, ਕਲਪਨਾ ਹੈ, ਅਲੰਕਾਰ ਹੈ, ਛੰਦ ਹੈ, ਬਿੰਬ ਤੇ ਬਿੰਬਾਵਲੀ ਹੈ, ਤੇ ਇਸ ਦੇ ਨਾਲ ਨਾਲ ਪ੍ਰਤੀਕ ਤੇ ਕਾਵੀ ਭਾਸ਼ਾ ਜਿਹੜੇ ਇਹ ਨਾਮ ਦੇ 9 ਕਵਿਤਾ ਦੇ ਤੱਤ ਲਏ ਗਏ ਨੇ, ਜੋ ਕਿ ਆਧੁਨਿਕ ਕਵਿਤਾ ਦੇ ਅੰਦਰ ਸ਼ਾਮਿਲ ਹੁੰਦੇ ਨੇ, ਜਿਨ੍ਹਾਂ ਨੂੰ ਕਵੀ ਇੱਕ ਕਵਿਤਾ ਸਿਰਜਣ ਸਮੇਂ ਵਰਤਦਾ ਹੈ। ਇਹਨਾਂ ਦੀ ਵਰਤੋਂ ਕਰਕੇ ਹੀ ਆਪਣੀ ਕਵਿਤਾ ਨੂੰ ਉਹ ਦੁਨੀਆ ਦੇ ਅੰਦਰ ਲੈ ਕੇ ਆਉਂਦਾ ਹੈ। ਇਸ ਦੇ ਨਾਲ ਨਾਲ ਆਪਾਂ ਇੰਪੋਰਟੈਂਟ ਜੋ ਦੇਖਿਆ ਸੀ, ਉਹ ਦੇਖਿਆ ਸੀਗਾ 3 ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਸੀ ਜਿਹੜੀਆਂ ਕਵਿਤਾ ਦੇ ਬਾਰੇ। ਉਹ ਸੀ, ਇੱਕ ਆਪਣੇ ਕੋਲ ਸੀ ਜਿਹੜੀ ਉਹ ਪੂਰਨ ਸਿੰਘ ਦੀ ਪਰਿਭਾਸ਼ਾ ਸੀ, ਕਾਰਲਾਈਲ ਦੀ ਸੀ, ਮੈਥਿਊ ਅਰਨਾਲਡ ਦੀ ਸੀ। ਇਹ ਤਿੰਨਾਂ ਨੂੰ ਬਿਲਕੁਲ ਨੋਟ ਕਰ ਲੈਣਾ, ਐਗਜ਼ਾਮ ਦੇ ਅੰਦਰ ਪੁੱਛਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 2 ਗੱਲਾਂ ਹੋਰ ਸਨ। ਇੱਕ ਤਾਂ ਇਹ ਸੀ ਕਿ ਕਵਿਤਾ ਦਾ ਜਿਹੜਾ ਅਰਥ ਹੈ ਉਹ ਕੀ ਹੈ, ਬਿਲਕੁਲ ਦਿੱਤਾ ਹੋਇਆ ਹੈ, ਆਪ ਨੂੰ ਇਸ ਕਲਾਸ ਦੇ ਆਰੰਭ ਦੇ ਅੰਦਰ ਦੱਸਿਆ ਸੀ। ਦੂਜਾ ਇਹ ਹੈ ਕਿ ਕਵਿਤਾ ਸਭ ਤੋਂ ਪਹਿਲਾ ਸਾਹਿਤ ਰੂਪ ਸਵੀਕਾਰ ਕੀਤਾ ਜਾਂਦਾ ਹੈ, ਤੇ ਦੂਜੇ ਇਹ ਹੈ ਕਿ ਕਵਿਤਾ ਹੈ ਜਿਹੜੀ ਸਾਹਿਤ ਦਾ ਹਰਮਨ ਪਿਆਰਾ ਸਾਹਿਤ ਰੂਪ ਮੰਨਿਆ ਗਿਆ ਹੈ। ਸੋ ਜੋ ਆਪਦੇ ਸਿਲੇਬਸ ਦੇ ਅਕੋਰਡਿੰਗ ਜੋ ਤੁਹਾਨੂੰ ਬੁੱਕ ਦੱਸੀ ਗਈ ਹੈ, ਉਸ ਦੇ ਅੰਦਰ ਦਿੱਤੀ ਗਿਆ ਸਾਹਿਤ ਰੂਪ ਕਵਿਤਾ ਦੇ ਅੰਦਰ ਜੋ ਇੰਪੋਰਟੈਂਟ ਪ੍ਰਸ਼ਨ ਬਣਦੇ ਸੀ ਉਹ ਆਪ ਦੇ ਨਾਲ ਇਹ ਸਾਹਮਣੇ ਰੱਖੇ ਨੇ। ਮੈਨੂੰ ਆਸ ਹੈ ਕਿ ਅੱਜ ਦੀ ਕਲਾਸ ਦੇ ਅੰਦਰ ਆਪ ਨੂੰ ਪੜ੍ਹਾਇਆ ਗਿਆ ਟੌਪਿਕ ਕਵਿਤਾ ਹੈ ਜਿਹੜਾ ਉਹ ਚੰਗਾ ਲੱਗਿਆ ਹੋਏਗਾ, ਤੇ ਇੰਪੋਰਟੈਂਟ ਪ੍ਰਸ਼ਨਾਂ ਨੂੰ ਤੁਸੀਂ ਬਿਲਕੁਲ ਨੋਟ ਕੀਤਾ ਹੋਏਗਾ, ਤਾਂ ਕਿ ਐਗਜ਼ਾਮ ਦੇ ਅੰਦਰ ਇਹਨਾਂ ਦੇ ਅੰਦਰੋਂ ਪੁੱਛਿਆ ਗਿਆ ਕੋਈ ਵੀ ਪ੍ਰਸ਼ਨ ਤੁਹਾਡੀ ਪਹੁੰਚ ਤੋਂ ਬਾਹਰ ਨਾ ਹੋ ਸਕੇ। ਤਾਂ ਸਾਥੀਓ, ਲਗਾਤਾਰ ਇਸ ਚੈਨਲ ਤੇ ਬਣੇ ਰਹਿਣਾ, ज़्यादा तो ज़्यादा कोशिश रहेगी आपदे ਲਈ इस प्रकार ਦੀਆਂ ਕਲਾਸਾਂ ਲੈ ਕੇ ਆਵਾਂ ਕਿ एग्जाम ਦੇ ਅੰਦਰ ਤੁਹਾਨੂੰ ਜੋ ਵੀ ਪੁੱਛੇ ਜਾਣ ਪ੍ਰਸ਼ਨ ਉਹ ਇੰਨਾ ਸਿਲੇਬਸ ਤੇ ऑथेंटिक बुक्कां ਦੇ ਅੰਦਰੋਂ ਹਿੱਟ ਹੋ ਸਕਣ। सो मेहनत जारी रखना, कामयाबी जल्द मिलेगी ऐसे आस के नाल। चैनल दे उपर लगातार बने रहना, तो जेकर पहली बार आए हो तो चैनल नू सबसक्राइब तो वीडियो नू शेयर जरूर कर देना। अगलियां क्लासां दे अंदर जल्द आपनू थ्योरी दे नाल नाल ऑब्जेक्टिव टाइप क्वेश्चन भी मैं लैके आवांगा ताकि इन्हां दा रिवीजन भी हो सके। धन्यवाद दोस्तों।